जय भारत, जय संविधान, जय मजदूर, जय जवान, जय किसान। पिंडां दे विच 12,581 पिंडां दे विच एक्शन कमेटियां ਅੱਜ ਮੁੱਢਲੀ ਲੋੜ ਸਾਡੀ ਰਿਜ਼ਰਵੇਸ਼ਨ ਨੂੰ ਬਚਾਉਣ ਦੀ ਹੈ। ਕਈ ਸਰਮਾਏਦਾਰ ਲੋਕ ਆ ਜਿਹੜੇ ਆਪਦੇ ਜਾਲੀ ਸਰਟੀਫਿਕੇਟ ਬਣਾ ਕੇ ਉਹ ਗਰੀਬ ਪਰਿਵਾਰਾਂ ਦੇ ਪੜ੍ਹੇ ਲਿਖੇ ਬੱਚਿਆਂ ਦੀਆਂ ਨੌਕਰੀਆਂ ਖਾ ਰਹੇ ਆ। ਇਹਨਾਂ ਅਸੀਂ 9,000 ਦਾ ਫੰਡ ਦੇ ਕੇ ਆਏ ਆ ਤੇ 15,000 ਦਾ ਰਾਸ਼ਨ ਦੇ ਕੇ ਆਏ ਆ। ਅਸੀਂ ਇੱਕ ਲਗਾਤਾਰ ਦਾ ਸਿਸਟਮ ਚਲਾ ਰਹੇ ਆ ਕਿ ਇੱਕ ਵਾਰੀ ਅਸੀਂ ਪਾਇਲਟ ਪ੍ਰੋਜੈਕਟ ਮੋਡ ਤੇ ਕੰਮ ਕਰਾਂਗੇ। ਜੋ ਜਿਹੜਾ ਮੋਰਚਾ ਉਹਨਾਂ ਨੂੰ ਹਾਲੀ ਲੱਗਿਆ ਹੋਇਆ ਇਹ ਕਿਸਾਨੀ ਸੰਘਰਸ਼ ਤੋਂ 10 ਗੁਣਾ ਵੱਡਾ ਹੈ। ਸਾਡੇ ਜਿਹੜੇ ਮਹਾਲੀ ਮੋਰਚੇ 'ਚ ਬੈਠੇ ਆ ਉਹ ਜਿਹੜੇ ਮਿਨਿਸਟਰਾਂ ਨਾਲ ਚਾਰਜਾਂ ਰੱਖੀ ਬੈਠੇ ਆ ਉਹਨਾਂ ਦੇ ਇੱਕ ਆਪਦੀ ਟੀਮ ਤਿਆਰ ਕਰ ਲਓ ਜਿਹੜੀ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਬਾਬਾ ਸਾਹਿਬ ਅੰਬੇਡਕਰ ਦੇ ਵਾਂਗ ਸੰਵਿਧਾਨ ਦੇ ਸਾਰੇ ਪੱਕੀ ਹੱਕ ਦੀ ਗੱਲ ਕਰਨੀ ਆ। ਕਿਉਂਕਿ पूरे पंजाब भर दे विच एक संदेश देना चाहते हैं एसएसओ ग्रुप मौड़ वालों एससी एसटी ओबीसी वो समाज जिहड़ा कि बहुत समय तो पिछड़िया होया है उस दियां पिंडां दे विच 12,581 एक्शन कमेटियां बन रही ने जिन्हां ने गरीब परिवारां दे मुद्दों ते गल करनी है ਜਾਂ ਫਿਰ ਉਹਨਾਂ ਨਾਲ ਹੋ ਰਹੇ ਕਿਸੇ ਤਰ੍ਹਾਂ ਦੇ ਜ਼ਬਰ ਜ਼ੁਲਮ ਦੇ ਖਿਲਾਫ ਆਵਾਜ਼ ਵੀ ਚੱਕਣੀ ਹੈ। ਤਾਂ ਇਹ ਐਕਸ਼ਨ ਕਮੇਟੀਆਂ ਜਿਹੜੀਆਂ ਹੈਗੀਆਂ ਪਹਿਲਾਂ ਅਸੀਂ ਮੌੜ ਦੀ ਇਕਾਈ ਜੋ ਮੌੜ ਬਲਾਕ ਹੈਗਾ ਉਸ ਦੀਆਂ ਅਸੀਂ 37 ਪਿੰਡਾਂ ਦੀਆਂ ਐਕਸ਼ਨ ਕਮੇਟੀਆਂ ਬਣਾ ਚੁੱਕੇ ਹਾਂ ਤੇ ਸਾਡੇ ਨਾਲ ਐਕਸ਼ਨ ਕਮੇਟੀਆਂ ਦੇ ਮੁੱਖ ਆਗੂ ਅੱਜ ਰਵਿਦਾਸ ਧਰਮਸ਼ਾਲਾ ਮੌੜ ਮੰਡੀ ਦੇ ਵਿੱਚ ਇਕੱਤਰ ਹੋਏ ਹੈ। ਕਿਉਂਕਿ ਐਸਸੀ ਐਸਟੀ ਓਬੀਸੀ ਵੈਲਫੇਅਰ ਐਕਸ਼ਨ ਕਮੇਟੀਆਂ ਜਿਹੜੀਆਂ ਹੈਗੀਆਂ ਸਭ ਤੋਂ ਪਹਿਲਾਂ ਰਿਜ਼ਰਵੇਸ਼ਨ ਚੋਰ ਫੜੋ ਪੱਕਾ ਮੋਰਚਾ ਮੁਹਾਲੀ ਦਾ ਸਮਰਥਨ ਕਰਦੀਆਂ क्योंकि आज मुढ़ली लोड़ साडी रिजर्वेशन ਨੂੰ ਬਚਾਉਣ ਦੀ ਹੈ। ਰਿਜ਼ਰਵੇਸ਼ਨ ਬਾਬਾ ਸਾਹਿਬ ਅੰਬੇਦਕਰ ਦੀ ਦੇਣ ਹੈ। ਉਹ ਸਾਡੇ ਘਰ ਦੇ ਜਿਹੜੇ ਘਰ ਦੀ ਗਰੀਬੀ ਹੈ ਉਹਨੂੰ ਚੱਕਣ ਦੇ ਲਈ ਸਾਨੂੰ ਦਿੱਤੀ ਗਈ ਸੀਗੀ ਜਿਹਦਾ ਅੱਜ ਦੇ ਮਾਹੌਲ 'ਚ ਦੇਖਿਆ ਜਾਵੇ ਤਾਂ ਪੂਰੀ ਤਰ੍ਹਾਂ ਘਾਣ ਹੋ ਚੁੱਕਿਆ। ਉਸ ਦੇ ਵਿੱਚ ਕਈ ਸਰਮਾਏਦਾਰ ਲੋਕ ਆ ਜਿਹੜੇ ਆਪਦੇ ਜਾਲੀ ਸਰਟੀਫਿਕੇਟ ਬਣਾ ਕੇ ਉਹ ਗਰੀਬ ਪਰਿਵਾਰਾਂ ਦੇ ਪੜ੍ਹੇ ਲਿਖੇ ਬੱਚਿਆਂ ਦੀਆਂ ਨੌਕਰੀਆਂ ਖਾ ਰਹੇ ਆ ਤੇ ਜਿਹੜੇ ਗਰੀਬ ਪਰਿਵਾਰਾਂ ਨੇ ਪੜ੍ਹ ਲਿਖਾ ਕੇ ਅੱਗੇ ਜਵਾਨਾਂ ਨੂੰ ਅੱਗੇ ਨੌਕਰੀਆਂ ਦੇ ਰੁਜ਼ਗਾਰ ਤੇ ਕਮਾਉਣਾ ਸੀਗਾ ਤਾਂ ਕਿਤੇ ਨਾ ਕਿਤੇ ਉਹ ਰੁਜ਼ਗਾਰ ਉਹਨਾਂ ਨੂੰ ਖੋਹਿਆ ਜਾਂਦਾ। ਪਿਛਲੇ ਲੰਬੇ ਸਮੇਂ ਤੋਂ ਮਹਾਲੀ ਮੋਰਚੇ ਦੇ ਵਿੱਚ ਮੌੜ ਬਲਾਕ ਪਹੁੰਚ ਕਰ ਰਿਹਾ ਗਾ ਲਗਾਤਾਰਤਾ ਦੇ ਨਾਲ। ਜਿਵੇਂ ਕਿ ਤੁਹਾਨੂੰ ਪਤਾ ਹੋਵੇ ਪੂਰੇ ਪੰਜਾਬ ਭਰ ਤੋਂ ਹਰ ਇੱਕ ਪਿੰਡ ਤੋਂ ਹਰ ਇੱਕ ਬਲਾਕ ਤੋਂ ਹਰ ਇੱਕ ਸ਼ਹਿਰ ਤੋਂ ਲੋਕ ਮਹਾਲੀ ਮੋਰਚੇ ਦੇ ਵਿੱਚ ਇਕੱਠੇ ਵੀ ਹੋ ਰਹੇ ਆ। ਚਾਹੇ ਲਗਾਤਾਰਤਾ ਘੱਟ ਹੈ ਚਾਹੇ ਵੱਧ ਹੈ ਪਰ ਉਹ ਮੋਰਚਾ ਤਕਰੀਬਨ 160 ਦਿਨਾਂ ਤੋਂ ਉੱਥੇ ਟਿਕਿਆ ਹੋਇਆ ਹੈ। ਪ੍ਰੋਫੈਸਰ ਹਰਨੇਕ ਸਿੰਘ ਅਵਤਾਰ ਸਿੰਘ ਸਹੋਤਾ ਜੀ ਅਤੇ ਹੋਰ ਕਈ ਤਰ੍ਹਾਂ ਦੇ ਉੱਥੋਂ ਦੇ ਜਿਹੜੇ ਮੁੱਖ ਆਗੂ ਆ ਉਸ ਮੋਰਚੇ ਨੂੰ ਬਰਕਰਾਰ ਕਰਦੇ ਤੇ ਸਾਡਾ ਪੂਰਾ ਫਰਜ਼ ਬਣਦਾ ਹੈ ਕਿ ਉਸ ਮੋਰਚੇ ਦੇ ਅਸੀਂ ਆਪਦਾ ਪਹਿਰਾ ਦਈਏ। ਇਸ ਲਈ ਅਸੀਂ ਮੌੜ ਦੀ ਜਿਹੜੀ ਇਕਾਈ ਆ ਸਾਡੀ ਮੌੜ ਦਾ ਜਿਹੜਾ ਸਾਡਾ ਬਲਾਕ ਹੈ ਉਸ ਦੇ ਅਸੀਂ ਪਿੰਡ ਪਿੰਡ ਜਾ ਕੇ ਐਕਸ਼ਨ ਕਮੇਟੀਆਂ ਬਣਾ ਚੁੱਕੇ ਹਾਂ। ਪਿੱਛੇ ਜੇ ਅਸੀਂ ਮੌੜ ਬਲਾਕ ਦੇ ਵਿੱਚੋਂ 2 ਵਾਰ ਤਾਂ ਅਸੀਂ ਰਿਜ਼ਰਵੇਸ਼ਨ ਚੋਰ ਫੜੋ ਪੱਕਾ ਮੋਰਚਾ ਮੁਹਾਲੀ ਦੇ ਵਿੱਚ ਬੱਸਾਂ ਭਰ ਕੇ ਵੀ ਲੈ ਕੇ ਗਏ ਆ। ਇੱਕ ਵਾਰ ਅਸੀਂ ਬਲੈਰੋ ਗੱਡੀ ਵੀ ਲੈ ਕੇ ਗਏ ਆ ਭਰ ਕੇ। ਫਿਰ 2 ਵਾਰੀ ਅਸੀਂ ਪ੍ਰਾਈਵੇਟ ਆਪਦੇ ਵਹੀਕਲ ਆ ਜਿਹੜੇ ਉਹਨਾਂ ਤੇ ਵੀ ਬੰਦੇ ਇਕੱਠੇ ਕਰਕੇ ਲੈ ਕੇ ਗਏ ਆ। ਤੇ ਨਾਲ ਹੀ ਮੋਰਚੇ ਨੂੰ ਸਟਰੋਂਗ ਬਣਾਉਣ ਦੇ ਲਈ ਜਿੰਨਾ ਕੁ ਟੈਲੀਫੋਨ ਸਾਡੇ ਕੋਲ ਸੀਗਾ ਉਹ ਅਸੀਂ 15,000 ਦਾ ਰਾਸ਼ਨ ਵੀ ਅਸੀਂ ਉੱਥੇ ਪਹੁੰਚਦਾ ਕੀਤਾਗਾ ਇੱਥੋਂ ਲਿਜਾ ਕੇ। ਤੇ ਨਾਲ ਹੀ ਅਸੀਂ ਮੋਰਚੇ ਦੇ ਖਰਚਿਆਂ ਨੂੰ ਦੇਖਦੇ ਹੋਏ ਮੋਰਚੇ ਦੇ ਵਿੱਚ ਸਾਰਿਆਂ ਤੋਂ ਪਹਿਲਾਂ 5100 ਰੁਪਇਆ ਉੱਥੇ ਅਸੀਂ ਫੰਡ ਦੇ ਕੇ ਆਏ ਆ। ਫਿਰ ਅਸੀਂ ਉੱਥੇ ਦੁਬਾਰਾ ਜਦੋਂ ਹੁਣ ਜਾ ਕੇ ਆਏ ਆ ਅਸੀਂ ਉੱਥੇ 4000 ਰੁਪਇਆ ਫੰਡ ਦੇ ਕੇ ਆਏ ਆ। ਤਕਰੀਬਨ ਅਸੀਂ 9000 ਦਾ ਫੰਡ ਦੇ ਕੇ ਆਏ ਆ ਤੇ 15,000 ਦਾ ਰਾਸ਼ਨ ਦੇ ਕੇ ਆਏ ਆ। ਤੇ ਨਾਲ ਹੀ ਅਸੀਂ 6 ਵਾਰੀ ਮੌੜ ਬਲਾਕ ਦੇ ਵਿੱਚੋਂ ਉੱਥੇ ਪੱਕੇ ਮੋਰਚੇ ਦੇ ਵਿੱਚ ਜਾ ਵੀ ਆਏ ਆ। ਪਰ ਹੁਣ ਅਸੀਂ ਆਗੂ ਸਾਹਿਬਾਨਾਂ ਨੂੰ ਅਸੀਂ ਬੁਲਾ ਕੇ ਉਹਨਾਂ ਨਾਲ ਗੱਲਬਾਤ ਕੀਤੀ ਆ ਕਿ ਮੋਰਚੇ ਨੂੰ ਪੱਕੇ ਪੈਰੀ ਕਰਨ ਦੇ ਲਈ ਅਸੀਂ ਮੌੜ ਬਲਾਕ ਦੇ ਵਿੱਚੋਂ ਹਰ ਇੱਕ ਪਿੰਡ ਦੇ ਵਿੱਚੋਂ ਲਗਾਤਾਰਤਾ ਬਣਾਉਣੀ ਆ ਜੀ। ਉਸ ਮੋਰਚੇ ਦੇ ਵਿੱਚ 30 ਸਤੰਬਰ ਨੂੰ ਸਾਰੇ ਆਗੂਆਂ ਦੇ ਨਾਲ ਉੱਥੇ 1 ਤੋਂ 2 ਦਿਨ ਲਾ ਕੇ ਵੀ ਆਵਾਂਗੇ ਕਿਉਂਕਿ ਮੋਰਚਾ ਅਸੀਂ ਹੋਰ ਮਜ਼ਬੂਤ ਕਰਨਾ ਹੈ। ਸਾਡੇ ਸਮਾਜ ਦਾ ਇੱਕ ਅੰਗ ਆ ਤੇ ਇਹਦੇ ਵਿੱਚ ਇਸ ਤੋਂ ਬਿਨਾਂ ਸਾਡੇ ਬੱਚਿਆਂ ਦੀ ਪੜ੍ਹਾਈ ਆ ਜਿਹੜੀ ਉਹ ਵੀ ਕਿਤੇ ਨਾ ਕਿਤੇ ਸਪੀਡ 'ਚ ਚੱਲ ਜਾਂਦੀ ਹੈ। ਕਿਉਂਕਿ ਜੇ ਸਾਡੇ ਬੱਚੇ ਪੜ੍ਹੇ ਲਿਖੇ ਵੀ ਨੌਕਰੀਆਂ ਦੇ ਨਾਲ ਲੱਗ ਸਕੇ ਤਾਂ ਕਿਤੇ ਨਾ ਕਿਤੇ ਉਹ ਸਾਡੀ ਗਰੀਬੀ ਦਾ ਸ਼ਿਕਾਰ ਦੁਬਾਰਾ ਹੋ ਜਾਣਗੇ।
ਅਸੀਂ ਇੱਕ ਲਗਾਤਾਰਤਾ ਦਾ ਸਿਸਟਮ ਚਲਾ ਰਹੇ ਹਾਂ ਕਿ ਮੋਰਚੇ ਦੇ ਵਿੱਚ 30 ਤਰੀਕ ਨੂੰ ਅਸੀਂ ਜਾ ਕੇ ਆਵਾਂਗੇ। ਉਸ ਤੋਂ ਬਾਅਦ 1 ਤਰੀਕ ਤੋਂ ਬਾਅਦ ਅਸੀਂ ਹਰ ਇੱਕ ਪਿੰਡ ਦੇ ਵਿੱਚੋਂ ਘੱਟੋ ਘੱਟ 5 ਜਣੇ ਤੇ ਵੱਧ ਤੋਂ ਵੱਧ ਕਿੰਨੇ ਮਰਜੀ 5 7 10 ਕਿੰਨੇ ਵੀ ਹੋਣ, ਪਰ ਘੱਟੋ ਘੱਟ 5 ਜਣੇ ਅਸੀਂ ਇੱਕ ਪਿੰਡ ਦੇ ਵਿੱਚੋਂ ਇੱਕ ਹਫ਼ਤੇ ਦੇ ਲਈ ਮੋਰਚੇ 'ਚ ਭੇਜਿਆ ਕਰਾਂਗੇ। ਜਦੋਂ ਨੂੰ ਸਾਡਾ ਦੂਸਰਾ ਪਿੰਡ ਮੋਰਚੇ 'ਚ ਪਹੁੰਚਿਆ ਕਰੇਗਾ ਤੇ ਜਿਹੜਾ ਸਾਡਾ ਪਹਿਲਾ ਪਿੰਡ ਉੱਥੇ ਪਹੁੰਚਿਆ ਹੋਇਆ ਕਰੇਗਾ ਉਹ ਵਾਪਸ ਆ ਜਾਇਆ ਕਰੇਗਾ। ਉਹ ਹੁਣ ਸਾਡੀ ਅੰਦਰ ਖਾਤੇ ਗਤੀਵਿਧੀਆਂ ਦੇ ਸੰਬੰਧ ਦੇ ਵਿੱਚ ਅਸੀਂ ਵਿਚਾਰ ਚਰਚਾਵਾਂ ਵੀ ਕਰਾਂਗੇ ਆਪਣੇ ਆਗੂਆਂ ਨਾਲ ਕਿ ਅਸੀਂ ਉੱਥੇ ਕਿਸ ਤਰੀਕੇ ਨਾਲ ਲਗਾਤਾਰਤਾ ਪੈਦਾ ਕਰ ਸਕਦੇ ਹਾਂ ਕਿ ਸਾਡਾ ਬਜਟ ਆ ਜਿਹੜਾ ਉਹ ਵੀ ਸਹੀ ਰਹੇ ਤੇ ਜਿਹੜਾ ਸਾਡੇ ਖਰਚੇ ਆ ਉਹ ਵੀ ਸਹੀ ਰਹਿਣ। ਅਸੀਂ ਇਹ ਵੀ ਸੋਚਿਆ ਸੀਗਾ 2 ਦਿਨ ਲਾ ਕੇ ਵਾਪਸ ਆ ਜਾਇਆ ਕਰਨ, ਪਰ ਕਿਤੇ ਨਾ ਕਿਤੇ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਲੋਕ ਬੈਠੇ ਹੈਗੇ ਉਹ ਆਪਦਾ ਮਜ਼ਦੂਰੀ ਕਰਦੇ ਆ ਤਾਂ ਕਿਤੇ ਨਾ ਕਿਤੇ ਉਹਨਾਂ ਕੋਲ ਪੈਸੇ ਦੀ ਤੰਗੀ ਵੀ ਆ ਸਕਦੀ ਆ। ਪਰ ਇੱਕ ਵਾਰੀ ਜਦੋਂ ਉੱਥੇ ਚੱਲ ਗਏ, ਇੱਕ ਵਾਰੀ ਜਿਹੜਾ ਬੰਦਾ ਉੱਥੇ ਇੱਕ ਹਫ਼ਤਾ ਲਾਇਆ ਆ ਉਸ ਦੀ ਵਾਰੀ ਸਾਡੇ ਵੱਲੋਂ ਤਾਂ ਘੱਟੋ ਘੱਟ 100 200 ਦਿਨ ਦੇ ਬਾਅਦ ਹੋਣੀ ਆ। ਤਾਂ ਕਰਕੇ ਅਸੀਂ ਉਸ ਦਾ ਉੱਥੇ ਇੱਕ ਹਫ਼ਤਾ ਪੂਰਾ ਲਵਾਵਾਂਗੇ। ਇੱਕ ਪਿੰਡ ਦੇ ਵਿੱਚੋਂ 13-5 ਜਣੇ ਉੱਥੇ ਹਫ਼ਤਾ ਲਾ ਕੇ ਆਉਣਗੇ ਤੇ ਜਿਹੜਾ ਇੱਕ ਵਾਰੀ ਉੱਥੇ ਹਫ਼ਤਾ ਲਾਇਆ ਆ ਦੁਬਾਰਾ ਉਸ ਦਾ ਜਦੋਂ ਲੋੜ ਪਈ ਉਦੋਂ ਬੁਲਾਇਆ ਜਾ ਸਕਦਾ, ਪਰ ਲਗਾਤਾਰਤਾ ਦੇ ਵਿੱਚ ਉਸ ਦੀ ਇੱਕ ਵਾਰੀ ਹਾਜ਼ਰੀ ਪੈ ਗਈ ਤਾਂ ਦੁਬਾਰਾ ਉਹਦੀ ਹਾਜ਼ਰੀ ਨਹੀਂ ਪਏਗੀ। ਪਰ ਅਸੀਂ ਪਿੰਡ ਦੇ ਵਿੱਚ ਜਿਹੜੇ ਮੰਨ ਕੇ ਚਲੋ ਮੈਂਬਰ ਬਣਾਏ ਆ, ਅਸੀਂ ਐਸਸੀਡੀਸੀ ਪਰਿਵਾਰ ਸਾਰੇ ਮੈਂਬਰ ਬਣਾ ਰਹੇ ਆ ਕਿ ਪਿੰਡ ਦੇ ਵਿੱਚ ਤੇ ਪਿੰਡ ਦੇ ਵਿੱਚੋਂ ਜਿਹੜਾ ਵੀ ਮੈਂਬਰ ਬਣ ਗਿਆ ਮੋਰਚੇ 'ਚ ਅਸੀਂ ਇੱਕ ਵਾਰੀ ਉਸ ਨੂੰ ਦਾਖਲ ਜ਼ਰੂਰ ਕਰਨਾ ਹੈ। ਇੱਕ ਵਾਰੀ ਅਸੀਂ ਪਾਇਲਟ ਪ੍ਰੋਜੈਕਟ ਮੋਡ ਤੇ ਕੰਮ ਕਰਾਂਗੇ, ਜਿਵੇਂ ਕਿ ਮੋਰਚੇ ਵੱਲੋਂ ਸਾਨੂੰ 12581 ਪਿੰਡਾਂ ਦੇ ਵਿੱਚ ਕੰਮ ਕਰਨ ਦੇ ਲਈ ਤੇ 146 ਬਲਾਕਾਂ ਦੇ ਵਿੱਚ ਕੰਮ ਕਰਨ ਦੇ ਲਈ ਸਾਨੂੰ ਚੁਣਿਆ ਗਿਆ। ਪਰ ਸਾਰਿਆਂ ਦਾ ਸਾਥ ਨਹੀਂ ਹੁੰਦਾ। ਇੱਕ ਵਾਰੀ ਅਸੀਂ ਮੋਡ ਐਕਸ਼ਨ ਕਮੇਟੀ ਜਿਹੜੀ ਸਾਡੀ ਬਣੀ ਹੋਈ ਹੈ ਪਾਇਲਟ ਪ੍ਰੋਜੈਕਟ ਦੇ ਤੌਰ ਤੇ 1 ਤਰੀਕ ਤੋਂ ਬਾਅਦ ਲਗਾਤਾਰਤਾ ਦੇ ਵਿੱਚ ਸ਼ਿਰਕਤ ਕਰਾਂਗੇ ਅਸੀਂ ਮੋਰਚੇ ਦੇ ਵਿੱਚ ਪਹੁੰਚਣ ਦੀ, ਤਾਂ ਕਿ ਸਾਡੇ 37 ਪਿੰਡ ਆ ਜਿਹੜੇ ਉਹਨਾਂ ਦੇ ਜਿਹੜੇ ਮੁੱਖ ਆਗੂ ਹੈ ਕਮ ਸੇ ਕਮ ਉਹ ਸਾਡੇ ਮੋਰਚੇ ਦਾ ਸ਼ਿੰਗਾਰ ਉੱਤੇ ਇੱਕ ਹਫ਼ਤਾ ਬਣ ਕੇ ਆਉਣ। ਇਹ ਪੰਜਾਬ ਦੇ ਸਾਰੇ ਜ਼ਿਲ੍ਹੇ ਆ ਜਿਹੜੇ ਤੇ 12581 ਟੋਟਲ ਪਿੰਡ ਹੈਗੇ ਆ। ਆਪਾਂ ਪਿੰਡ ਵੀ ਕਵਰ ਕਰਨੇ ਆ ਤੇ ਉਸ ਤੋਂ ਬਾਅਦ ਬਲਾਕ ਵੀ ਕਵਰ ਕਰਨੇ ਆ, ਫਿਰ ਆਪਾਂ ਪੰਜਾਬ ਦੇ ਪੂਰਾ ਕਵਰ ਕਰਨਾ 4 ਇਕਾਈਆਂ ਦੇ ਵਿੱਚ ਮਾਲਵਾ, ਮਾਝਾ ਤੇ ਦੁਆਬਾ ਤੇ ਇੱਕ ਪੁਆਧੀ। ਚਾਰੇ ਆਪਾਂ ਇਕਾਈਆਂ ਵੀ ਕਵਰ ਕਰਨੀਆਂ ਤਾਂ ਕਿ ਲਗਾਤਾਰਤਾ ਦੇ ਵਿੱਚ ਆਪਾਂ ਮੋਰਚੇ ਨੂੰ ਹੋਰ ਕਾਮਯਾਬ ਕਰ ਸਕੀਏ। ਸਾਰੇ ਆਪਾਂ ਦੀ ਸਹਿਮਤੀ ਦੇ ਨਾਲ ਇੱਕ ਵਾਰੀ ਅਸੀਂ ਤਹਿਸੀਲ ਮੌੜ ਕਰਾਂਗੇ। ਤਹਿਸੀਲ ਮੌੜ ਕਰਕੇ ਉਸ ਤੋਂ ਬਾਅਦ ਤਹਿਸੀਲ ਦੇ ਨਾਲ ਤਹਿਸੀਲ ਠੱਗੀ ਜਾਊਗੀ ਤੇ ਸਾਰੀਆਂ ਤਹਿਸੀਲਾਂ ਕਵਰ ਕਰਾਂਗੇ। ਉਸ ਤੋਂ ਬਾਅਦ ਜੇ ਸਾਨੂੰ ਮੋਰਚੇ ਦੇ ਵਿੱਚੋਂ ਇਜਾਜ਼ਤ ਮਿਲੀ ਤਾਂ ਅਸੀਂ ਪੱਕੇ ਤੌਰ ਤੇ ਹਰ ਇੱਕ ਬਲਾਕ ਦੇ ਵਿੱਚ ਪੱਕੇ ਮੋਰਚੇ ਲਾ ਕੇ ਪਿੰਡ ਦੇ ਰੀਸਾਈਕਲ ਸਿਸਟਮ ਜਿਹੜੇ ਕਿਰਾ ਅਸੀਂ ਮੋਰਚੇ ਨਾਲ ਜੋੜ ਰਹੇ ਆ, ਫਿਰ ਮਹਾਲੀ ਮੋਰਚੇ ਨਾਲ ਜੋੜ ਰਹੇ ਆ, ਫਿਰ ਅਸੀਂ ਉਸ ਨੂੰ ਉਹਨਾਂ ਦੀ ਹੀ ਤਹਿਸੀਲ ਦੇ ਵਿੱਚ ਪੱਕਾ ਮੋਰਚਾ ਖੜਾ ਕਰਕੇ ਉਸ ਦੇ ਨਾਲ ਜੋੜ ਦਾਂਗੇ ਤਾਂ ਕਿ ਆਉਣਾ ਜਾਣਾ ਵੀ ਸੌਖਾ ਹੋ ਜੇ ਤੇ ਉਹ ਮੋਰਚਾ ਜਿਹੜਾ ਅੱਗੇ ਜਾ ਕੇ ਕਾਮਯਾਬੀ ਹੋ ਸਕੇ। ਉਸ ਤੋਂ ਬਾਅਦ ਫਿਰ ਅਸੀਂ ਜ਼ਿਲ੍ਹੇ ਤੌਰ ਤੇ ਵੀ ਜਿਹੜੇ 23-24 ਜ਼ਿਲ੍ਹੇ ਆ ਜ਼ਿਲ੍ਹਾ ਪੱਧਰੀ ਵੀ ਪੱਕਾ ਮੋਰਚਾ ਕਰਾਂਗੇ ਤਾਂ ਕਿ ਰੋਟੇਸ਼ਨ ਸਿਸਟਮ ਦੇ ਵਿੱਚ ਲੈਤਾ ਜਾਵੇ ਕਿ ਪਿੰਡ ਆਪਦੇ ਬਲਾਕ ਪੱਧਰੀ ਮੋਰਚਿਆਂ 'ਚ ਰੀਸਾਈਕਲ ਸਿਸਟਮ ਕਰਨਾ ਤੇ ਜਿਹੜੇ ਮੋਰਚੇ ਦੇ ਆਗੂ ਬਣੇ ਹੋਣਗੇ ਉਹ ਜ਼ਿਲ੍ਹਾ ਪੱਧਰੀ ਮੋਰਚੇ ਦੇ ਵਿੱਚ ਰੀਸਾਈਕਲ ਕਰਨ ਤੇ ਜਿਹੜੇ ਜ਼ਿਲ੍ਹੇ ਦੇ ਆਗੂ ਬਣੇ ਹੋਣਗੇ ਉਹ ਅੱਗੇ ਜਾ ਕੇ ਜ਼ੋਨ ਪੱਧਰੀ ਮੋਰਚਿਆਂ 'ਚ ਸ਼ਿਰਕਤ ਕਰਕੇ ਅੱਗੇ ਸਟੇਟ ਬੋਡੀ ਨੂੰ ਟੱਚ ਕਰਨ ਤਾਂ ਕਿ ਸਾਡਾ ਸੰਘਰਸ਼ ਆ ਜਿਹੜਾ ਇਹ ਗੱਲਾਂ ਰਿਜ਼ਰਵੇਸ਼ਨ ਛੋੜ ਫੜੋ ਪੱਕਾ ਮੋਰਚਾ ਮੁਹਾਲੀ ਜੋ ਲੱਗਿਆ ਹੋਇਆ ਇਹੀ ਇੱਕੋ ਇੱਕ ਸੰਘਰਸ਼ ਆ ਜਿਹੜਾ ਸਾਡੇ ਪੰਜਾਬ ਦੇ ਮੁਲਾਜ਼ਮ ਵਰਗ ਨੂੰ ਤੇ ਮਜ਼ਦੂਰ ਵਰਗ ਨੂੰ ਦੋਨੇ ਵਰਗਾਂ ਨੂੰ ਇਕੱਠਾ ਕਰਕੇ ਜੋੜ ਸਕਦਾ ਹੈ। ਕਿਉਂਕਿ ਵੀਰੋ ਆਪਾਂ ਅੱਡ-ਅੱਡ ਜਥੇਬੰਦੀਆਂ ਬਣਾ ਕੇ ਕੋਈ ਸਟੂਡੈਂਟਾਂ ਦੀ ਜਥੇਬੰਦੀ ਬਣਾ ਕੇ ਕੋਈ ਮਜ਼ਦੂਰਾਂ ਦੀ ਜਥੇਬੰਦੀ ਬਣਾ ਕੇ ਕੋਈ ਮੁਲਾਜ਼ਮਾਂ ਦੀ ਜਥੇਬੰਦੀ ਬਣਾ ਕੇ ਕੋਈ ਬਾਬਾ ਸਾਹਿਬ ਦੇ ਨਾਮ ਤੇ ਜਥੇਬੰਦੀ ਬਣਾ ਕੇ ਕਈ ਤਰ੍ਹਾਂ ਦੀਆਂ ਜਥੇਬੰਦੀਆਂ ਪੰਜਾਬ ਦੇ ਵਿੱਚ ਚੱਲ ਰਹੀਆਂ ਪਰ ਉਹ ਅੱਡ-ਅੱਡ ਆਪਦਾ ਜੋੜ ਲਾ ਰਹੇ ਆ। ਤਾਂ ਆਪਾਂ ਰਿਜ਼ਰਵੇਸ਼ਨ ਚੋਰ ਫੜੋ ਪੱਕਾ ਮੋਰਚਾ ਦੇ ਵਿੱਚ ਸਾਰਿਆਂ ਨੂੰ ਇਕੱਠੇ ਕਰ ਸਕਦੇ ਹਾਂ ਕਿਉਂਕਿ ਜੇ ਇੱਕ ਮਜ਼ਦੂਰ ਵਰਗ ਨੂੰ ਵੀ ਦੇਖਿਆ ਜਾਵੇ ਤਾਂ ਮਜ਼ਦੂਰ ਵਰਗ ਵੀ ਕਿਤੇ ਨਾ ਕਿਤੇ ਆਪਣੇ ਬੱਚੇ ਨੂੰ ਪੜ੍ਹਾ ਕੇ ਉਹ ਨੌਕਰੀ ਲਵਾਉਣਾ ਚਾਹੁੰਦਾ ਹੈ ਤੇ ਜੇਕਰ ਮੁਲਾਜ਼ਮ ਵਰਗ ਨੂੰ ਵੀ ਦੇਖਿਆ ਜਾਵੇ ਤਾਂ ਮੁਲਾਜ਼ਮ ਵਰਗ ਇਹ ਟੱਚ ਦੇ ਵਿੱਚ ਪਹਿਲਾਂ ਹੈਗਾਗਾ ਕਿ ਉਸ ਨੂੰ ਕੋਟੇ 'ਚ ਨੌਕਰੀਆਂ ਮਿਲੀਆਂ ਹੋਈਆਂ ਤੇ ਉਹਨਾਂ ਦੇ ਬੱਚਿਆਂ ਨੂੰ ਵੀ ਕੋਟੇ 'ਚ ਨੌਕਰੀਆਂ ਦੀ ਲੋੜ ਹੈਗੀ ਆ ਤੇ ਜੇ ਸਟੂਡੈਂਟ ਵਰਗ ਨੂੰ ਵੀ ਦੇਖਿਆ ਜਾਵੇ ਤਾਂ ਸਟੂਡੈਂਟ ਵਰਗ ਆ ਜਿਹੜਾ ਉਹ ਵੀ ਪੜ੍ਹ ਲਿਖ ਕੇ ਆਪਣੀ ਨੌਕਰੀ ਕਰਨਾ ਚਾਹੁੰਦਾਗਾ ਤਾਂ ਕਿਤੇ ਨਾ ਕਿਤੇ ਮਜ਼ਦੂਰ ਵਰਗ ਤੋਂ ਲੈ ਕੇ ਮੁਲਾਜ਼ਮ ਵਰਗ ਤੋਂ ਲੈ ਕੇ ਸਟੂਡੈਂਟ ਵਰਗ ਤੱਕ ਰਿਜ਼ਰਵੇਸ਼ਨ ਚੋਰ ਫੜੋ ਪੱਕਾ ਮੋਰਚਾ ਮੁਹਾਲੀ ਉਹਨਾਂ ਦੀ ਪਹਿਲੀ ਜ਼ਰੂਰਤ ਹੈ। ਤਾਂ ਦੋਸਤੋ ਇੱਕ ਮੈਂ ਗਿਲੇ ਸ਼ਿਕਵਿਆਂ ਦੀ ਵੀ ਗੱਲ ਕਰਾਂਗਾ ਕਿ ਕਿਸੇ ਨੂੰ ਵੀ ਇਸ ਮੋਰਚੇ ਪ੍ਰਤੀ ਗਿਲੇ ਸ਼ਿਕਵੇ ਹੈਗੇ ਆ ਜਾਂ ਫਿਰ ਕਈ ਵਾਰੀ ਕਿਸੇ ਦੀਆਂ ਗਤੀਵਿਧੀਆਂ ਹੋਰ ਹਿਸਾਬ ਨਾਲ ਚੱਲਦੀਆਂ ਹੁੰਦੀਆਂ ਉਹ ਮੋਰਚੇ 'ਚ ਲੈ ਕੇ ਆਉਣਾ ਚਾਹੁੰਦਾ ਜਾਂ ਫਿਰ ਕਈ ਵਾਰੀ
ਆਪਦੇ ਪੁਆਇੰਟ ਆਫ ਵਿਊ ਹੁੰਦੇ ਆ, ਕੁਝ ਕਾਗੀਆਂ ਦੂਰਅੰਦੇਸ਼ੀ ਚੀਜ਼ਾਂ ਹੁੰਦੀਆਂ ਜਿਹੜੀਆਂ ਮੋਰਚੇ ਦੇ ਵਿੱਚ ਲਾਗੂ ਨਹੀਂ ਹੋਈਆਂ ਹੁੰਦੀਆਂ, ਤਾਂ ਉਹ ਤੁਸੀਂ ਲਾਗੂ ਕਰਵਾਉਣ ਦੇ ਲਈ ਮੋਰਚੇ ਦੇ ਵਿੱਚ ਆਪਾਂ ਗੱਲਬਾਤ ਨਹੀਂ ਕਰਾਂਗੇ। ਇੱਕ ਵਾਰੀ ਆਪਾਂ ਹਜ਼ੂਮ ਬਣਾਉਣਾ, ਇੱਕ ਵਾਰੀ ਆਪਾਂ ਇਕੱਠ ਬਣਾਉਣਾ, ਇੱਕ ਵਾਰੀ ਆਪਾਂ 146 ਬਲਾਕ ਪੱਕੇ ਮੋਰਚੇ ਲਾਉਣੇ ਆ, ਇੱਕ ਵਾਰੀ ਆਪਾਂ 24 ਤੋਂ 25 ਜ਼ਿਲ੍ਹੇ ਆ ਜਿਹੜੇ ਉਹ ਪੱਕੇ ਮੋਰਚੇ ਲਾਉਣੇ ਆ, ਫਿਰ ਆਪਾਂ ਜਿਹੜੀ ਆਪਣੀ ਸੈਂਟਰ ਬੋਡੀ ਆ ਗਈ ਮੁਹੱਲੀ ਮੋਰਚਾ ਸਟੇਟ ਲੈਵਲ ਦੀ, ਆਪਾਂ ਉਹ ਵੀ ਪੱਕਾ ਕਰਨਾ ਹੈ। ਤਾਂ ਇਹ ਸਿਸਟਮ ਆ ਜਿਹੜਾ ਇਹ ਬਹੁਤ ਲਗਾਤਾਰਤਾ ਦੇ ਵਿੱਚ ਚਾਹੀਦਾ। ਤੇ ਮੇਰੀ ਬੇਨਤੀ ਮੇਰੇ ਬਜ਼ੁਰਗਾਂ, ਮੇਰੇ ਵੀਰਾਂ, ਮੇਰੇ ਭਾਈਆਂ ਨੂੰ, ਸਾਰਿਆਂ ਨੂੰ ਆ, ਮੇਰੀਆਂ ਮਾਤਾਵਾਂ ਨੂੰ ਆ, ਜੇਕਰ ਮੋਰਚੇ ਦੇ ਨਾਲ ਕਈ ਵਾਰੀ ਕੋਈ ਗੱਲਬਾਤ ਤੁਹਾਡੇ ਹਜੇ ਕਈ ਵਾਰੀ ਪੁਆਇੰਟ ਅਟਕੇ ਪਏ ਹੁੰਦੇ ਆ, ਉਹ ਆਪਾਂ ਪੌਂਡੀਆਂ ਲੱਗਣਗੀਆਂ, ਉਹ ਪੌਂਡੀਆਂ ਸਾਰਿਆਂ ਵਾਸਤੇ ਲੱਗਣਗੀਆਂ, ਚਾਹੇ ਉਹ ਬਲਾਕ ਪੱਧਰੀ ਆ, ਚਾਹੇ ਉਹ ਜ਼ਿਲ੍ਹਾ ਪੱਧਰੀ ਆ, ਤੇ ਚਾਹੇ ਉਹ ਸਟੇਟ ਪੱਧਰੀ ਆ, ਸਾਰਿਆਂ ਤੇ ਪੌਂਡੀਆਂ ਲੱਗਣਗੀਆਂ, ਸਿਸਟਮ ਦੀਆਂ ਪੌਂਡੀਆਂ ਲੱਗਣਗੀਆਂ। ਜਿਹੜਾ ਸਿਸਟਮ ਦੀ ਪੌਂਡੀ ਆ ਉਹਦੇ ਵਿੱਚ ਖੜ ਗਿਆ, ਨਹੀਂ ਪੌਂਡੀਆਂ ਦੇ ਵਿੱਚੋਂ ਦੀ ਆਪਦੇ ਰੱਬ ਰਾਹੀ ਪੈਂਦੇ ਜਾਣਗੇ। ਤਾਂ ਬੇਨਤੀ ਕਰਦਾ ਇੱਕ ਵਾਰੀ ਇਹ ਆਪਾਂ ਕਾਮਯਾਬ ਕਰੀਏ। ਜੇ ਗੱਲ ਕਰਦੇ ਆ ਆਪਾਂ ਕਿਸਾਨੀ ਮੋਰਚੇ ਨੂੰ ਭਾਰਤ ਦਾ ਸਭ ਤੋਂ ਵੱਡਾ ਸੰਘਰਸ਼ ਬਣਾ ਸਕਦੇ ਆ, ਤਾਂ ਕਿਤੇ ਨਾ ਕਿਤੇ ਆਪਾਂ ਨੂੰ ਇਹ ਦੇਖਣਾ ਚਾਹੀਦਾ, ਕਿਉਂਕਿ ਕਿਸਾਨੀ ਅੰਦੋਲਨ ਜਦੋਂ ਛਿੜਿਆ ਸੀਗਾ ਉਹਦੇ ਵਿੱਚ ਕੋਈ ਕਾਲੇ ਕਾਨੂੰਨ ਸੀਗੇ ਜਾਂ ਫਿਰ ਹਜੇ ਕਾਨੂੰਨ ਜਿਹੜੇ ਆਉਣੇ ਸੀਗੇ ਉਹਨਾਂ ਦਾ ਹਜੇ ਕੁਝ ਨਹੀਂ ਪਤਾ ਸੀ ਕਿ ਉਹ ਨੁਕਸਾਨ ਦੇ ਸਕਦੇ ਸੀ ਜਾਂ ਫਾਇਦਾ ਦੇ ਸਕਦੇ ਸੀਗੇ। ਉਹਨਾਂ ਤੇ ਆਪਾਂ ਨੂੰ ਜਦੋਂ ਪਤਾ ਲੱਗਿਆ ਵੀ ਨੁਕਸਾਨ ਦੇ ਸਕਦੇ ਆ ਪਰ ਪੱਕਾ ਨਹੀਂ, ਆਪਾਂ ਉਹ ਮੋਰਚੇ ਨੂੰ ਐਡਾ ਵੱਡਾ ਮੋਰਚਾ ਬਣਾ ਕੇ ਉਸ ਤੇ ਜਿੱਤ ਹਾਸਲ ਕੀਤੀ, ਕਿਉਂਕਿ ਮਜ਼ਦੂਰ ਤਬਕਾ, ਸਾਰਾ ਮੁਲਾਜ਼ਮ ਤਬਕਾ ਉਹ ਇੱਕ ਪਾਸੇ ਕਿਸਾਨੀ ਸੰਘਰਸ਼ 'ਚ ਜਾ ਬੈਠਾ ਸੀ, ਜਿਹਦੇ ਕਰਕੇ ਕਿਸਾਨੀ ਸੰਘਰਸ਼ ਦੀ ਜਿੱਤ ਹੋਈ ਆ। ਤਾਂ ਵੀਰੋ ਜਿਹੜਾ ਮੋਰਚਾ ਹੁਣ ਮੁਹਾਲੀ ਲੱਗਿਆ ਹੋਇਆ ਇਹ ਕਿਸਾਨੀ ਸੰਘਰਸ਼ ਤੋਂ 10 ਗੁਣਾ ਵੱਡਾ ਕਿਉਂ ਆ ਉਹ ਮੈਂ ਤੁਹਾਨੂੰ ਸਿੱਧ ਕਰ ਦੇਣਾ, ਕਿਉਂਕਿ ਉਸ ਵੇਲੇ ਸੰਵਿਧਾਨ ਦੇ ਵਿੱਚ ਕਾਨੂੰਨ ਹਜੇ ਲਾਗੂ ਹੋਣੇ ਸੀ, ਉਹਨਾਂ ਦਾ ਆਪਾਂ ਨੂੰ ਪਤਾ ਨਹੀਂ ਸੀ ਵੀ ਦੁਸ਼ਟ ਪ੍ਰਭਾਵ ਆ ਕਿ ਚੰਗਾ ਪ੍ਰਭਾਵ ਆ, ਉਹ ਬਾਅਦ ਦੀ ਗੱਲ ਸੀ। ਪਰ ਰਿਜ਼ਰਵੇਸ਼ਨ ਚੋਰ ਫੜੋ ਪੱਕਾ ਮੋਰਚਾ ਜੋ ਮੁਹਾਲੀ ਲੱਗਿਆ ਹੋਇਆ ਉਸ ਨੇ ਉਹ ਕਾਨੂੰਨਾਂ ਦੇ ਲਈ ਲੱਗਿਆ ਹੋਇਆ ਜਿਹੜਾ ਸੰਵਿਧਾਨ ਦੇ ਵਿੱਚ ਹੈਗੇ ਆ। ਅਸਲ ਦੇ ਵਿੱਚ ਜਿਹੜੇ ਸੰਵਿਧਾਨ ਦੇ ਵਿੱਚ ਕਾਨੂੰਨ ਗਰੀਬਾਂ ਦੇ ਲਈ ਬਣੇ ਹੋਏ ਆ ਉਹਨਾਂ ਤੇ ਘਾਣ ਹੋਇਆ, ਉਹਨਾਂ ਤੇ ਬਲਾਤਕਾਰ ਹੋਇਆ, ਉਹਨਾਂ ਨੂੰ ਇੰਨੇ ਗਲਤ ਤਰੀਕੇ ਨਾਲ ਵਰਤਿਆ ਗਿਆ ਜਿਹਦੇ ਵਿੱਚ ਉਹ ਸਰਮਾਏਦਾਰ ਲੋਕ ਜਿਹੜੇ ਉਹ ਸਰਟੀਫਿਕੇਟ ਗਲਤ ਤਰੀਕੇ ਨਾਲ ਸੰਵਿਧਾਨ ਦੇ ਖਿਲਾਫ ਦੇਸ਼ ਦਰੋਹੀ ਦਾ ਧੱਬਾ ਲਵਾ ਚੁੱਕੇ ਆ, ਉਹ ਤਾਂ ਲਵਾਈ ਚੁੱਕੇ ਆ, ਪਰ ਉਸ ਕੁਰਸੀਆਂ ਤੇ ਬੈਠ ਕੇ ਉਸ ਸੰਵਿਧਾਨ ਦੀ ਬਦੌਲਤ ਅਫਸਰਸ਼ਾਹੀ ਦਾ ਨੌਕਰੀ ਕਰਨ ਵਾਲੇ ਲੋਕ ਆ ਜਿਹੜੇ ਉਹ ਵੀ ਘੱਟ ਗੁਨੇਗਾਰ ਨਹੀਂ ਹੈਗੇ, ਕਿਉਂਕਿ ਉਹਨਾਂ ਦੀ ਬਦੌਲਤ ਹੀ ਜਾਲੀ ਸਰਟੀਫਿਕੇਟ ਬਣੇ ਆ। ਤਾਂ ਵੀਰੋ ਇੱਕ ਚਿੰਤਾ ਵਾਲੀ ਗੱਲ ਮੈਂ ਤੁਹਾਨੂੰ ਇਸ ਵੀਡੀਓ ਦੇ ਮਾਧਿਅਮ ਰਾਹੀਂ ਹੋਰ ਦੱਸ ਦੇਣਾ, ਤੁਸੀਂ ਹੁਣ ਨੌਕਰੀਆਂ ਤੱਕ ਸੀਮਤ ਨਾ ਰਹਿ ਜਾਓ ਵੀ ਤੁਹਾਡੇ ਨੌਕਰੀਆਂ ਦੇ ਜਾਲੀ ਸਰਟੀਫਿਕੇਟ ਬਣ ਗਏ। ਮੇਰੇ ਵੀਰ ਨੇ ਇੱਕ ਸਾਡੇ ਇਕਾਈ ਬਣੀ ਹੋਈ ਆ ਪਿੰਡ ਦੀ, ਉਹ ਜਦੋਂ ਮੇਰੇ ਕੋਲੇ ਬੈਠ ਕੇ ਉਸਨੇ ਗੱਲ ਦੱਸੀ ਤਾਂ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਨੌਕਰੀਆਂ ਦੇ ਤਾਂ ਜਾਲੀ ਸਰਟੀਫਿਕੇਟ ਬਣ ਰਹੇ ਹੀ ਹੈ, ਨਾਲ ਕੀ ਹੋ ਰਿਹਾ ਤੁਹਾਡੇ ਬੱਚਿਆਂ ਦੀਆਂ ਫੀਸਾਂ ਦੇ ਲਈ ਐਸੀ ਸਕਾਲਰਸ਼ਿਪ ਹੁੰਦੀ ਹੈ ਤਾਂ ਜਾਲੀ ਐਸੀ ਸਰਟੀਫਿਕੇਟ ਬਣਾ ਕੇ ਤੁਹਾਡੇ ਬੱਚਿਆਂ ਦੀਆਂ ਸਕਾਲਰਸ਼ਿਪ ਵੀ ਜਨਰਲ ਵਰਗ ਦੇ ਵਿੱਚੋਂ ਵਿਗੜੇ ਹੋਏ ਲੋਕ ਖਾ ਰਹੇ ਆ। ਜੇ ਤੁਸੀਂ ਹੁਣ ਨਾ ਜਾ ਕੇ ਤਾਂ ਇਹ ਮੈਂ ਗਰੰਟੀ ਕਰਦਾ ਉਹ ਪਿੱਛੇ ਤੁਹਾਡੇ ਝਾੜੂ ਤੇ ਅੱਗੇ ਕੁੱਜਾ ਭਾਵੇਂ ਨਾ ਬੰਨਿਆ ਜਾਵੇ ਪਰ ਸਥਿਤੀ ਤੁਹਾਡੀ ਉਹ ਆਉਣ ਵਾਲੀ ਆ। ਕੰਨ ਖੋਲ ਕੇ ਸੁਣ ਲਓ, ਕਿਉਂਕਿ ਕਿਤੇ ਨਾ ਕਿਤੇ ਉਹ ਤੁਹਾਨੂੰ ਅੰਦਰ ਖਾਤੇ ਇਸ ਤਰ੍ਹਾਂ ਖਤਮ ਕਰ ਦੇਣਗੇ। ਤੁਹਾਡਾ ਹੀ ਸੰਵਿਧਾਨ, ਤੁਹਾਡੇ ਬਾਬਾ ਸਾਹਿਬ ਅੰਬੇਦਕਰ ਦਾ ਲਿਖਿਆ ਹੋਇਆ ਸੰਵਿਧਾਨ ਤੁਹਾਡੇ ਹੀ ਖਿਲਾਫ ਯੂਜ਼ ਕਰਦੇ ਆ। ਤਾਂ ਬਾਬਾ ਸਾਹਿਬ ਅੰਬੇਦਕਰ ਨੇ ਇਸ ਲਈ ਕਿਹਾ ਸੀ ਜੇ ਸੰਵਿਧਾਨ ਦਾ ਗਲਤ ਉਪਯੋਗ ਹੋਊਗਾ ਤਾਂ ਇਸ ਤੋਂ ਮਾੜੀ ਚੀਜ਼ ਵੀ ਕੋਈ ਨਹੀਂ, ਜੇ ਚੰਗਾ ਉਪਯੋਗ ਹੋਊਗਾ ਇਸ ਤੋਂ ਚੰਗਾ ਗ੍ਰੰਥ ਵੀ ਤੁਹਾਡੇ ਲਈ ਦੁਨੀਆ 'ਚ ਕੋਈ ਨਹੀਂ। ਤਾਂ ਇਸ ਲਈ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਸਾਡੇ ਸਾਰੇ ਪਿੰਡਾਂ ਦੇ ਆਗੂਆਂ ਵੱਲੋਂ ਕਿ ਹੁਣ ਕੰਮ ਦੀ ਰੁੱਤ ਹੈ, ਕੰਮ ਕਰੋ, ਪਰ ਇਹ ਨਾ ਭੁੱਲੋ ਕਿ ਸੰਘਰਸ਼ ਦੇ ਵਿੱਚ ਜਿਹੜੇ ਵੀ ਕਰਦਾ ਬੰਦਾ ਉਹਦੀ ਇੱਕ ਵਾਰੀ ਤਾਂ ਜ਼ਿੰਦਗੀ 'ਚ ਡਿਊਟੀ ਲੱਗਣੀ ਆ, ਸਿਰਫ 5 ਦਿਨ ਡਿਊਟੀ ਲੱਗਣੀ ਆ। ਉਹ ਡਿਊਟੀ ਤੇ ਇਸ ਤਰ੍ਹਾਂ ਚਾਹ ਨਾ ਜਾਵੇ ਆਪਦੇ ਬੱਚਿਆਂ ਵੱਲ ਵੇਖ ਕੇ ਕਿ ਮੇਰੇ ਬੱਚੇ ਪੜ੍ਹਦੇ ਤਾਂ ਹੈਗੇ ਆ ਪਰ ਇਹ ਨੌਕਰੀ ਦੇ ਤਾਂ ਲੱਗਣਗੇ ਜੇ ਉਹ ਸੂਖਦਾਰ ਲੋਕਾਂ ਨੂੰ ਨੱਥ ਦਊਗੀ, ਨੱਥ ਤੁਹਾਡੇ ਏਕੇ ਨਾ ਪਊਗੀ। ਦੋਸਤੋ ਕੱਲੇ ਕੋਈ ਕੁਝ ਨਹੀਂ ਕਰ ਸਕਦੇ, ਜਿਵੇਂ ਕਿ ਆਪ ਬੈਠੇ ਆ ਕਈ ਪਿੰਡਾਂ ਦੇ ਹੈਗੇ ਆ ਉਹਨਾਂ ਦੇ ਨਾਲ ਚੱਲੋ। ਮੈਂ ਤੁਹਾਨੂੰ ਫੇਰ ਕਹਿ ਰਿਹਾ ਵੀ ਇੱਕ ਵਾਰੀ ਮੋਰਚੇ ਪੱਕੇ ਕਰ ਲਓ, ਪੌਂਡੀਆਂ ਆਪਣੇ ਆਪੇ ਲੱਗ ਜਾਣਗੀਆਂ, ਜਿਹੜੇ ਸਹੀ ਹੋਏ ਉਹ ਆਪਣੇ ਆਪ ਪੌਂਡੀਆਂ ਦੇ ਵਿੱਚ ਰਹਿ ਜਾਣਗੇ, ਬਾਕੀ ਸਭ ਝੜ ਜਾਣਗੇ। ਇਹ ਪ੍ਰੋਫੈਸਰ ਹਰਨੇਕ ਜੀ ਇਸ ਦੀ ਅਗਵਾਈ ਕਰ ਰਹੇ ਆ, ਮੇਰੀ ਉਹਨਾਂ ਨਾਲ ਵੀ ਕਈ ਵਾਰੀ ਮੀਟਿੰਗ ਹੋਈ ਹੈ। ਤਾਂ ਤੁਸੀਂ ਇਹ ਨਾ ਸਮਝੋ ਕਿ ਤੁਹਾਡੀ ਮੁਹਾਲੀ ਦੀ ਵੀ ਜੇ ਬਹੁਤ ਉੱਥੇ ਚੰਗੇ ਬੰਦੇ ਬੈਠੇ ਆ, ਜੇ ਉਹਦੇ 'ਚ ਵੀ ਕੋਈ ਗਲਤੀ ਹੋਈ ਉੱਥੋਂ ਵੀ ਪੌਂਡੀਆਂ ਲੱਗਣਗੀਆਂ। ਇਹ ਮੋਰਚੇ ਤੋਂ ਲੈ ਕੇ ਮੇਨ ਮੋਰਚੇ ਤੋਂ ਲੈ ਕੇ ਤੁਹਾਡੇ ਪਿੰਡ ਦੀਆਂ ਕਮੇਟੀਆਂ ਤੱਕ ਪੌਂਡੀਆਂ ਲੱਗ ਜਾਣਗੀਆਂ। ਤੇ ਮੈਨੂੰ ਇੰਨਾ ਵੀ ਵਿਸ਼ਵਾਸ
ਵਿਸ਼ਵਾਸ ਆ ਇਹ ਪੋਲਿੰਗਾਂ ਦੇ ਵਿੱਚ ਆਪਣੇ ਲੋਕ ਸਹੀ ਦੇ ਸਹੀ ਤਰੀਕੇ ਨਾਲ ਰਹਿਣਗੇ, ਕਿਉਂਕਿ ਸਾਰੇ ਲੋਕ ਜੁਝਾਰੂ ਹੈ, ਇਮਾਨਦਾਰ ਹੈ ਤੇ ਦੁੱਖ ਤਕਲੀਫਾਂ ਦੇ ਨਾਲ ਲੜ ਕੇ ਕਿਤੇ ਨਾ ਕਿਤੇ ਮੁਕਾਮ ਤੇ ਪਹੁੰਚੇ ਹੋਏ ਆ। ਇਸ ਲਈ ਤੁਸੀਂ ਇਹ ਭੁਲੇਖੇ ਕੱਢ ਲਓ। इस मोर्चे जो कुछ होर हो गया जो हो गया वो बाद की गल है। ये मोर्चा अगे बहुत लंबा जाना है ते इत्थे जिहड़े साडे कोर कमेटी दे मोहाली मोर्चे दे विच आगू भी बैठे आ ते जे आपां गल करिए जे माड़ा मोटा किसी ने किसी थाने दे बारे कुछ पड़ताल हैगी आ बंदा उहदे नाल गल करन तो कब जांदा है ते साडे जिहड़े मोहाली मोर्चे च बैठे आ वो जिहड़े मिनिस्टरां नाल यारियां रखी बैठे आ उन्हां दे पुੱਛਾਂ ਨੂੰ ਰੋੜੇ ਦਿੱਤੇ ਹੋਏ ਆ ਤਾਂ ਤੁਸੀਂ ਉਹਨਾਂ ਦੀ ਨੌਲੇਜ ਦੀ ਸ਼ੰਕਾ ਨਾ ਕਰੋ। ਪ੍ਰੋਫੈਸਰ ਰਣਜੀਤ ਸਿੰਘ ਬਹੁਤ ਹੀ ਸਾਧ ਬੰਦੇ ਦਰਿਆਦਿਲੀ ਬੰਦੇ ਆ, ਉਹਨਾਂ ਨਾਲ ਜਦੋਂ ਤੁਸੀਂ ਮਿਲੋਗੇ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ। ਕੋਰ ਕਮੇਟੀ ਨੂੰ ਜਦੋਂ ਮਿਲੋਗੇ ਬਾਕੀ ਆਪਾਂ ਸਾਰਿਆਂ ਨੇ ਰਲ ਕੇ ਮੋਰਚੇ ਨੂੰ ਕਾਮਯਾਬ ਕਰਨਾ ਹੈ। ਇੰਨਾ ਕਹਿੰਦਾ ਹੋਇਆ ਸਾਡੇ ਸਾਰੇ ਆਗੂ ਸਹਿਬਾਨ ਜਿਹੜੇ ਹੈਗੇ ਆ ਉਹਨਾਂ ਵੱਲੋਂ ਜੇ ਮੇਰੇ ਮੂੰਹੋਂ ਕੁਝ ਗਲਤ ਕਿਹਾ ਗਿਆ ਹੋਇਆ ਤਾਂ ਮੈਂ ਮਾਫੀ ਵੀ ਚਾਹਣਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਮੋਰਚੇ ਦੀਆਂ ਬਾਹਾਂ ਬਣੀਏ, ਮੋਰਚੇ ਦੀਆਂ ਆਪਾਂ ਪਿਲਰ ਬਣ ਜਾਈਏ। ਮੋਰਚੇ ਕੱਲੇ ਮੁਹਾਲੀ ਦੇ ਨਾ ਰਹਿ ਜਾਣ, ਮੋਰਚੇ ਤੁਹਾਡੇ ਬਲਾਕਾਂ ਤੱਕ ਆ ਜਾਣ, ਤੁਹਾਡੇ ਪਿੰਡਾਂ ਦੇ ਘਰਾਂ ਦੇ ਵਿੱਚ ਆ ਜਾਣ, ਤੁਹਾਡੇ ਜ਼ਿਲ੍ਹਿਆਂ 'ਚ ਆ ਜਾਣ ਤਾਂ ਕਿ ਨੇੜਤਾ ਵੀ ਹੋ ਜੇ ਤੇ ਪੱਕੇ ਮੋਰਚੇ ਵੀ ਹੋ ਜਾਣ। ਇਹ ਮੋਰਚਿਆਂ ਦੇ ਨਾਲ ਹੋਰ ਬੜੇ ਰੰਗ ਲੱਗਣੇ ਆ ਕਿਉਂਕਿ ਤੁਹਾਡੇ ਜਿਹੜੇ ਐਕਸ਼ਨ ਕਮੇਟੀਆਂ ਜਿਹੜੀਆਂ ਬਣ ਰਹੀਆਂ ਜਦ ਤੁਹਾਡੇ ਮੋਰਚੇ ਲੱਗਣਗੇ ਤੁਹਾਡੇ ਜਾਲੀ ਸਰਟੀਫਿਕੇਟ ਦਾ ਰੋਕਣਗੇ ਤੁਹਾਡੇ ਬੱਚਿਆਂ ਦੇ ਨਾਂ ਤੇ ਸਕਾਲਰਸ਼ਿਪ ਖਾ ਰਹੇ ਆ ਜਿਹੜੇ ਉਹ ਵੀ ਰੋਕਾਂਗੇ, ਨਾਲ ਤੁਹਾਡੀਆਂ ਜਿਹੜੀਆਂ ਸਬਸਿਡੀਆਂ ਖਾ ਕੇ ਕਈ ਕਾਰਖਾਨਿਆਂ ਦੇ ਮਾਲਕ ਬਣੇ ਪਏ ਆ, ਲੈਂਡ ਦੇ ਮਾਲਕ ਬਣੇ ਪਏ ਆ, ਤੁਹਾਡੇ ਨਾਂ ਤੇ ਪੰਪਾਂ ਦੇ ਮਾਲਕ ਬਣੇ ਪਏ ਆ, ਬਹੁਤ ਕੁਝ ਪਿਆ ਹੈ ਜਿਹੜਾ ਤੁਹਾਡਾ ਲੜਾਈ ਲੜਨ ਦਾ ਹਜੇ ਚੱਲੇਗਾ। ਕਿ ਤੁਸੀਂ ਸਾਰੇ ਇੱਕ ਆਪਦੀ ਟੀਮ ਤਿਆਰ ਕਰ ਲਓ ਜਿਹੜੀ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਬਾਬਾ ਸਾਹਿਬ ਅੰਬੇਦਕਰ ਦੇ ਵਾਂਗ ਸੰਵਿਧਾਨਕ ਸਾਰੇ ਪੱਖੀ ਹੱਕ ਦੀ ਗੱਲ ਕਰਨੀ ਹੈ। ਕਿਉਂਕਿ ਜਿਹੜਾ ਸਾਡਾ ਰਿਜ਼ਰਵੇਸ਼ਨ ਮੋਰਚਾ ਲੱਗਿਆ ਹੋਇਆ ਉਹ ਕੱਲੀ ਐਸਸੀ ਦੀ ਗੱਲ ਨਹੀਂ ਕਰਦਾ, ਉਹ ਕੱਲੀ ਬੀਸੀ ਦੀ ਗੱਲ ਨਹੀਂ ਕਰਦਾ, ਉਹ ਐਸਸੀ ਦੇ 25% ਕੋਟੇ ਦੀ ਰਾਖੀ ਕਰਦਾ ਹੈ, ਉਹ ਬੀਸੀ ਦੇ ਵੀ 27% ਕੋਟੇ ਦੀ ਰਾਖੀ ਕਰਦਾ ਹੈ, ਉਹ 10% ਰਿਜ਼ਰਵੇਸ਼ਨ ਜਨਰਲ ਸਮਾਜ ਦੀ ਵੀ ਰਾਖੀ ਕਰਦਾ। ਇਸ ਲਈ ਮੇਰੀ ਜਨਰਲ ਸਮਾਜ ਨੂੰ ਵੀ ਬੇਨਤੀ ਆ ਕਿ ਇਹ ਜੋ ਮੋਰਚਾ ਰਿਜ਼ਰਵੇਸ਼ਨ ਦਾ ਲੱਗਿਆ ਹੋਇਆ ਇਹ ਇੱਕ ਕਿਸੇ ਕਾਸਟ ਦਾ ਨਹੀਂ ਹੈ, ਇਹ ਕਿਸੇ ਇੱਕ ਬਰਾਦਰੀ ਦਾ ਨਹੀਂ ਹੈ, ਇਹ ਪੂਰੇ ਸਮਾਜ ਦਾ ਹੈ। ਇਸ ਲਈ ਮੇਰੀ ਜਨਰਲ ਸਮਾਜ ਨੂੰ ਬੇਨਤੀ ਹੈ ਕਿ ਇਸ ਦਾ ਵਿਰੋਧ ਕਰਨ ਦੀ ਜਗ੍ਹਾ ਇਸ ਦੀ ਪਾਵਰ ਤੁਸੀਂ ਬਣੋ, ਕਿਉਂਕਿ ਜਿਵੇਂ ਆਪਾਂ ਕਿਸਾਨੀ ਸੰਘਰਸ਼ ਨੂੰ ਅੱਗੇ ਵਧਾਇਆ ਆਪਾਂ ਇਹ ਮੋਰਚੇ ਨੂੰ ਵੀ ਅੱਗੇ ਵਧਾ ਲਈ। ਆਪਣੇ ਐਸੀ ਸਮਾਜ ਦੇ ਲੋਕਾਂ ਨੂੰ ਮੇਰੀ ਬੇਨਤੀ ਹੈ ਜਿਵੇਂ ਤੁਸੀਂ ਕਿਸਾਨੀ ਸੰਘਰਸ਼ ਵਿੱਚ ਕੁੱਦੇ ਸੀਗੇ ਉਵੇਂ ਤੁਸੀਂ ਇਸ ਮੋਰਚੇ ਦੀਆਂ ਜੜ੍ਹਾਂ ਵੀ ਫੜੋ। ਮੇਰੇ ਬੀਸੀ ਸਮਾਜ ਨੂੰ ਵੀ ਬੇਨਤੀ ਹੈ ਤੁਸੀਂ ਉੱਥੋਂ ਤੱਕ ਪਹੁੰਚ ਕਰੋ ਤੇ ਪੂਰੇ ਸਮਾਜ ਨੂੰ ਬੇਨਤੀ ਹੈ ਕਿ ਉੱਥੇ ਫੰਡ ਦੀ ਕੋਈ ਘਾਟ ਨਾ ਆਵੇ, ਉੱਥੇ ਰਾਸ਼ਨ ਪਾਣੀ ਦੀ ਘਾਟ ਨਾ ਆਵੇ। ਹੁਣ ਇਹ ਮੋਰਚਾ ਤੁਹਾਡੇ ਸਿਰ ਤੇ ਆ, ਤੁਹਾਡੇ ਮੋਢਿਆਂ ਤੇ ਆ, ਇਸ ਨੂੰ ਤੁਸੀਂ ਥੱਲੇ ਲਾਉਣਾ ਜਾਂ ਉੱਪਰ ਚੱਕਣਾ ਇਹ ਤੁਹਾਡੇ ਤੇ ਨਿਰਭਰ ਹੈ। ਕਿਉਂਕਿ ਇਹ ਮੋਰਚਾ ਕੱਲੇ ਇੱਕ ਸਮਾਜ ਦਾ ਨਹੀਂ ਹੈਗਾ, ਇਹ ਮੋਰਚਾ ਕੱਲੇ ਐਸਸੀ ਬੀਸੀ ਐਸਸੀ ਐਸਟੀ ਓਬੀਸੀ ਜਾਂ ਜਨਰਲ ਸਮਾਜ ਦਾ ਜਾਲੀ ਸਰਟੀਫਿਕੇਟ ਦੀ ਨਹੀਂ ਗੱਲ ਕਰਦਾ। ਇਹ ਮੋਰਚਾ ਉਹ ਸਮਾਜ ਦੀ ਵੀ ਗੱਲ ਕਰਦਾ ਹੈਗਾ ਜਿਹਦੇ ਵਿੱਚ ਕਿਸੇ ਵੀ ਕਾਸਟ ਦਾ ਬੰਦਾ ਅੰਗਹੀਨ ਹੋਵੇ ਤੇ ਉਹਦਾ ਵੀ ਜਾਲੀ ਸਰਟੀਫਿਕੇਟ ਬਣਾ ਕੇ ਕਈ ਅੰਗਹੀਨ ਦੇ ਤੌਰ ਤੇ ਨੌਕਰੀਆਂ ਕਰੀ ਜਾਂਦੇ ਆ। ਇਸ ਲਈ ਆਪਾਂ ਮੋਰਚੇ ਦੀ ਤਰੱਕੀ ਵਾਸਤੇ ਅੱਗੇ ਵਧੀਏ, ਘਰਾਂ ਚੋਂ ਉੱਠੀਏ, ਜ਼ਰੂਰੀ ਨਹੀਂ ਕੰਮ ਛੱਡਣੇ ਆ, ਆਪਾਂ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਮੋਰਚੇ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰੀਏ। ਜੈ ਭੀਮ, ਜੈ ਭਾਰਤ, ਜੈ ਸੰਵਿਧਾਨ। ਇਹੀ ਕਹਿੰਦਾ ਹੋਇਆ ਨਾਰਾ ਫੇਰ ਤੋਂ ਬੁਲੰਦ ਕਰਦੇ ਆ। ਜੈ ਭੀਮ, ਜੈ ਭੀਮ, ਜੈ ਭਾਰਤ, ਜੈ ਭਾਰਤ, ਜੈ ਸੰਵਿਧਾਨ, ਜੈ ਸੰਵਿਧਾਨ, ਜੈ ਮਜ਼ਦੂਰ, ਜੈ ਮਜ਼ਦੂਰ, ਜੈ ਜਵਾਨ, ਜੈ ਜਵਾਨ, ਜੈ ਕਿਸਾਨ। ਜੈ ਕਿਸਾਨ। ਦਾ ਸਾਰੇ ਸਮਾਜ ਨੂੰ ਬੇਨਤੀ ਹੈ ਕਿ ਰਿਜ਼ਰਵੇਸ਼ਨ ਚੋਰ ਪੱਕਾ ਮੋਰਚਾ ਮੁਹਾਲੀ ਹੁਣ ਕੱਲਾ ਮੁਹਾਲੀ ਦਾ ਮੋਰਚਾ ਨਾ ਰਹੇ, ਤੁਹਾਡੇ ਬਲਾਕਾਂ ਦਾ ਬਣ ਜੇ, ਤੁਹਾਡੇ ਜ਼ਿਲ੍ਹਿਆਂ ਦਾ ਬਣ ਜੇ, ਤੁਹਾਡੇ ਪਿੰਡਾਂ ਦਾ ਬਣ ਜੇ। ਇਹੀ ਕਹਿੰਦਾ ਹੋਇਆ ਸਾਰਿਆਂ ਤੋਂ ਇਜਾਜ਼ਤ ਲੈਣਾ। ਧੰਨਵਾਦ।